ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਨ੍ਹਾਂ ਤੋਂ ਅਸੀਂ ਵਰਸਾਏ ਹੋਏ ਹਾਂ, ਜਗਤ ਵਰਸਾਇਆ ਹੋਇਆ ਹੈ। ਆਓ ਉਹਨਾਂ ਦੀ ਸ਼ਖਸੀਅਤ ਅੱਗੇ ਸਿਰ ਝੁਕਾਉਂਦਿਆਂ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਓ, ਅਸੀਂ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਕੁਝ ਨੁਕਤਿਆਂ ਉੱਤੇ ਜਾਂ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਦੇ ਉੱਤੇ ਬੜੇ ਸਪਸ਼ਟ ਹਾਂ, ਭਰਪੂਰ ਜਾਣਕਾਰੀ ਦੇ ਨਾਲ ਆਪਾਂ ਲਬਰੇਜ਼ ਹਾਂ। ਇਸੇ ਹੀ ਤਰ੍ਹਾਂ ਜਦੋਂ ਸਦੀਆਂ ਪਿੱਛੇ ਆਪਾਂ ਝਾਤੀ ਮਾਰ ਕੇ ਦੇਖਦੇ ਹਾਂ ਅਤੇ ਉਸ ਸਮੇਂ ਵੀ ਜਿਹੜੇ ਸਮਾਜ ਦੇ ਅੰਦਰ ਚੇਤੰਨ ਵਿਅਕਤੀ ਹੋਇਆ ਕਰਦੇ ਸਨ, ਉਹ ਇਹਨਾਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਸਮਝਦੇ ਵੀ ਸਨ, ਇਹਨਾਂ ਨੂੰ ਸੰਭਾਲਦੇ ਵੀ ਸਨ। ਉਹਨਾਂ ਜ਼ਿੰਮੇਵਾਰੀਆਂ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਤਾ ਪਿਤਾ ਦੇ ਉੱਤੇ ਆਉਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਖਸੀਅਤ ਦੇ ਨਿਖਾਰ ਦੇ ਲਈ, ਉਹਨਾਂ ਦੇ ਅੰਦਰ ਗਿਆਨ ਵਸਾਉਣ ਦੇ ਲਈ ਵਿਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਏ। ਮਹਿਤਾ ਕਲਿਆਣ ਦਾਸ ਜੀ ਆਪ ਪੜ੍ਹੇ ਹੋਏ ਨੇ। ਉਸ ਸਮੇਂ ਦੇ ਮਾਲ ਮੰਤਰੀ ਦੇ ਅਹੁਦੇ 'ਤੇ ਬੈਠੇ ਨੇ, ਰਿਆਸਤੀ ਪ੍ਰਬੰਧ ਦੇ ਨਿਗਰਾਨ ਨੇ। ਭਾਵੇਂ ਆਮ ਤੌਰ 'ਤੇ ਉਹਨਾਂ ਨੂੰ ਪਟਵਾਰੀ ਦੇ ਨਾਮ ਕਰਕੇ ਜਾਣਿਆ ਜਾਂਦਾ ਹੈ, ਅਤੇ ਪਟਵਾਰੀ ਹੋਣਾ ਉਸ ਦੌਰ ਦੇ ਵਿੱਚ ਆਪਣੇ ਆਪੇ ਵਿੱਚ ਬਹੁਤ ਵੱਡੀ ਜਾਣਕਾਰੀ ਦਾ ਵਾਰਸ ਬਣਨਾ ਸੀ। ਪਟਵਾਰੀ ਦੇ ਕੋਲ ਜ਼ਮੀਨਾਂ ਦਾ ਲੇਖਾ ਜੋਖਾ ਬੜਾ ਮਹੱਤਵਪੂਰਨ ਪੱਖ ਦਾ ਹੋਇਆ ਕਰਦਾ ਸੀ, ਜੋ ਸਲਤਨਤ ਦੇ ਨਿਯਮਾਂ ਦੇ ਮੁਤਾਬਕ ਜ਼ਮੀਨ ਦੇ ਹੱਕ ਹਕੂਕਾਂ, ਮਾਲਕੀ ਅਤੇ ਦੂਜੇ ਸਬੰਧਾਂ ਦੀ ਗੱਲ ਨੂੰ ਤਫਸੀਲ ਦੇ ਨਾਲ ਲਿਖਤ ਰੂਪ ਦੇ ਵਿੱਚ ਸੰਭਾਲਣ ਦੇ ਲਈ, ਤਿਆਰ ਕਰਨ ਦੇ ਲਈ ਮਸ਼ੱਕਤ ਦਾ ਕਾਰਜ ਸੀ। ਮਹਿਤਾ ਕਲਿਆਣ ਦਾਸ ਜੀ ਨੇ ਆਪਣੇ ਸਪੁੱਤਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਦੀ ਵਿਦਿਆ ਦੇ ਲਈ ਯੋਗ ਅਧਿਆਪਕਾਂ ਦੀ ਚੋਣ ਕਰਨੀ ਸ਼ੁਰੂ ਕੀਤੀ। ਉਹਨਾਂ ਨੇ ਜੋ ਪਹਿਲਾ ਅਧਿਆਪਕ ਚੁਣਿਆ ਹੈ, ਉਹਨਾਂ ਦਾ ਨਾਮ ਗੋਪਾਲ ਦਾਸ ਪਾਂਧਾ ਜੀ ਕਰਕੇ ਇਤਿਹਾਸ ਦੀ ਮੁਬਾਰਕ ਬੁੱਕਲ ਵਿੱਚ ਉਸ ਸਮੇਂ ਦੇ ਉਸਤਾਦ ਕਿਸੇ ਇੱਕ ਖਾਸ ਵਿਸ਼ੇ ਦੇ ਉਸਤਾਦ ਨਹੀਂ, ਉਹਨਾਂ ਦੇ ਕੋਲ ਜਿਹੜੀ ਜਾਣਕਾਰੀ ਦਾ ਘੇਰਾ ਹੈ ਉਸ ਕਈ ਪੱਖਾਂ ਦਾ ਹੁੰਦਾ ਸੀ। ਉਹ ਵਿਦਿਆ ਕੇਵਲ ਰੋਜੀ ਅਤੇ ਰੋਟੀ ਦੇ ਮਕਸਦ ਨੂੰ ਅੱਗੇ ਰੱਖ ਕੇ ਕੇਵਲ ਨਹੀਂ ਸਨ ਦਿੰਦੇ। ਉਸ ਸਮੇਂ ਵਿਦਿਆ ਦੇਣ ਦਾ ਮਤਲਬ ਸੀ ਗਿਆਨ ਦੇਣਾ, ਸਮਝ ਦੇਣਾ, ਸੋਝੀ ਦੇਣਾ, ਚੇਤਨਾ ਦੇਣਾ, ਜ਼ਿੰਦਗੀ ਦੀ ਬਹੁਪੱਖੀ ਉਸਾਰੀ ਨੂੰ ਉਸ ਗਿਆਨ ਦੇ ਰਾਹੀਂ ਉਹਨਾਂ ਨੌ ਨਿਹਾਲਾਂ ਦੀ ਸੁਰਤ ਵਿੱਚ ਟਿਕਾ ਦੇਣਾ, ਵਸਾ ਦੇ। ਸਾਖੀ ਦੇ ਕਰਤਾ ਜੀ
ਇੱਕ ਬਾਤ ਲਿਖਦੇ ਨੇ ਕਿ ਮਹਿਤਾ ਕਲਿਆਣ ਦਾਸ ਜੀ ਆਪਣੇ ਸਪੁੱਤਰ ਜਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਜੀ ਨੂੰ ਉਸ ਬਾਲ ਵਰੇਸ ਦੇ ਵਿੱਚ ਉਂਗਲ ਲਾ ਕੇ ਇਸ ਸਮੇਂ ਦੇ ਇੱਕ ਵਿਦਿਅਕ ਪੱਖ ਦੇ ਜਾਗਰੂਕ ਵਿਅਕਤੀ ਪਾਧੇ ਦੇ ਰੂਪ ਵਿੱਚ ਜੋ ਜ਼ਿੰਮੇਵਾਰੀ ਨਿਭਾ ਰਹੇ, ਜੋ ਇੱਕ ਵਿਦਿਆ ਦਾ ਉਸਤਾਦ ਦੇ ਰੂਪ ਵਿੱਚ ਆਪਣੀ ਜ਼ਿੰਮੇਵਾਰੀ ਦਾ ਵਾਰਸ ਹੈ, ਐਸੀ ਪ੍ਰਸਿੱਧ ਉਸ ਸਮੇਂ ਦੀ ਮਕਬੂਲ ਸ਼ਖਸੀਅਤ ਹੋਏਗੀ ਉਸ ਪਿੰਡ ਦੀ, ਜਿਹਦੇ ਕੋਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬਤੌਰ ਸਿਖਿਆਰਥੀ ਨਾਲ ਲੈ ਕੇ ਮਹਿਤਾ ਕਲਿਆਣ ਦਾਸ ਜੀ ਗਏ। ਪੁਰਾਣਾ ਜ਼ਮਾਨਾ ਸੀ, ਭਾਗਾਂ ਵਾਲਿਓ, ਉਦੋਂ ਦਾਰੋ ਮਦਾਰ ਪੈਸਿਆਂ ਦੇ ਨਗਦ ਰੂਪ ਵਿੱਚ ਨਹੀਂ ਸੀ ਪੁੱਗਦਾ। ਉਦੋਂ ਤਾਂ ਜਿਨਸ ਰੂਪ ਦੇ ਅੰਦਰ ਉਹਦੇ 'ਚ ਮਿੱਠਾ ਗੁੜ ਇਤਿਆਦਿਕ ਜਿਹੜਾ ਹੈ ਉਹ ਵੀ ਜੀਵਨ ਨਿਰਵਾਹ ਦਾ ਇੱਕ ਹਿੱਸਾ, ਜੀਵਨ ਖੁਰਾਕ ਦਾ ਹਿੱਸਾ ਸੀ। ਪੈਸੇ ਦੀ ਵਰਤੋਂ ਬਹੁਤ ਘੱਟ ਅਤੇ ਸੀਮਿਤ ਹੋਇਆ ਕਰਦੀ ਸੀ। ਵਧੇਰੇ ਜਿਨਸੀ ਆਦਾਨ ਪ੍ਰਦਾਨ ਕਰਨ ਦੀ ਕਿਰਿਆ ਘਰ ਪਰਿਵਾਰਾਂ ਨੂੰ ਸੰਭਾਲਣ ਦੇ ਲਈ ਅਤੇ ਇਸ ਤਰ੍ਹਾਂ ਹੀ ਸਹਿਯੋਗੀਆਂ ਨੂੰ ਦੇਣ ਦੇ ਲਈ ਉਹ ਅੱਗੇ ਤੋਂ ਅੱਗੇ ਨਿਰੰਤਰ ਚੱਲਦੀ ਆ ਰਹੀ ਸੀ। ਗੋਪਾਲ ਦਾਸ ਪਾਂਧਾ ਜੀ ਕੋਲ ਖੜ ਕੇ ਮਹਿਤਾ ਕਲਿਆਣ ਦਾਸ ਜੀ ਨੇ ਆਪਣੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਪਾਂਧਾ ਜੀ, ਇਹਨਾਂ ਨੂੰ, ਸਾਡੇ ਬਾਲਕ ਨੂੰ ਤੁਸੀਂ ਦੁਨਿਆਵੀ ਵਿਦਿਆ ਪੜ੍ਹਾਉਣ ਦਾ ਪਰਉਪਕਾਰ ਕਰੋ ਤਾਂ ਕਿ ਇਹਨਾਂ ਦੀ ਜ਼ਿੰਦਗੀ ਦੀ ਉਸਾਰੀ ਬਿਹਤਰੀਨ ਹੋ ਸਕੇ। ਉਸ ਸਮੇਂ ਦੇ ਉਸਤਾਦ ਜੋ ਇਹ ਕਸਬ, ਇਹ ਕਰਮ ਕਰਦੇ ਸਨ, ਰੂਹ ਦੀ ਸਤ੍ਹਾ 'ਤੇ ਬਹਿ ਕੇ ਕਰਦੇ ਸਨ। ਉਹ ਕੇਵਲ ਤਨਖਾਹਾਂ ਦੀ ਪ੍ਰਾਪਤੀ ਤੱਕ ਆਪਣੇ ਆਪੇ ਨੂੰ ਸੀਮਿਤ ਨਹੀਂ ਸਨ ਰੱਖਦੇ। ਉਹਨਾਂ ਦੇ ਅੰਦਰ ਇਹ ਗੱਲ ਦਾ ਪੱਕਾ ਖਿਆਲ ਹੁੰਦਾ ਸੀ ਕਿ ਵਿਦਿਆ ਦੇਣਾ ਬਹੁਤ ਵੱਡਾ ਦਾਨ ਪੁੰਨ ਕਰਮ ਹੈ। ਕਿਸੇ ਦੂਜੇ ਦੀ ਜ਼ਿੰਦਗੀ ਨੂੰ ਅੰਧੇਰੇ ਪੱਖ 'ਚੋਂ ਕੱਢ ਕੇ ਚਾਨਣ ਦੇ ਪੱਖ ਵਿੱਚ ਲੈ ਆਉਣਾ, ਗਿਆਨ ਦੇ ਪੱਖ ਥੱਲੇ ਲੈ ਆਉਣਾ। ਸ਼ਬਦ ਤੇ ਅੱਜ ਵੀ ਸਾਡੇ ਸਕੂਲਾਂ ਦੀਆਂ ਕੰਧਾਂ 'ਤੇ ਲਿਖੇ ਹੋਏ ਮਿਲਦੇ ਨੇ, ਫੈਲੇ ਵਿਦਿਆ ਚਾਨਣ ਹੋਏ। ਪਰ ਚਾਨਣ ਕਿਹੜਾ ਚਾਨਣ ਹੈ? ਉੱਥੇ ਉਹ ਸੰਸਕਾਰੀ ਚਾਨਣ ਨਹੀਂ ਜਿੱਥੇ ਸਮਾਜ ਨੂੰ ਸਮਝਣ ਦੇ ਲਈ ਸਮਝ ਦੀ ਉਸਾਰੀ ਕੀਤੀ ਜਾਏ, ਜਿੱਥੇ ਜ਼ਿੰਦਗੀ ਦੀ ਨੇਕ ਕਰਨੀ ਵਾਲੇ ਪਾਸੇ ਨੂੰ ਤੁਰ ਕੇ ਨੇਕ ਕਰਨੀ ਦੇ ਉੱਤੇ ਆਪਣੇ ਆਪ ਨੂੰ ਖੜਾ ਕਰਕੇ ਵਿਦਿਆ ਨੂੰ ਲੈ ਕੇ ਸਮਾਜ ਦੀ ਖਿਦਮਤ ਲਈ ਤਿਆਰੀ ਦੀ ਗੱਲ ਕੀਤੀ ਜਾਂਦੀ ਸੀ। ਅੱਜ ਦੇ ਮਾਹੌਲ ਦੇ ਵਿੱਚ ਇਹ ਪੱਖ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਏ। ਅਤੇ ਮਹਿਤਾ ਕਲਿਆਣ ਦਾਸ ਜੀ ਨੇ ਇਸ ਉਸਤਾਦ ਜੀ ਨੂੰ ਕਿਹਾ ਸੀ, ਗੋਪਾਲ ਦਾਸ ਪਾਂਧਾ ਜੀ ਨੂੰ ਕਿਹਾ ਸੀ, ਪਾਂਧਾ ਜੀ, ਤੁਸੀਂ ਨਗਰੀ ਦੇ ਹੋਰ ਬੱਚਿਆਂ ਨੂੰ ਵਿਦਿਆ ਦੇ ਰਹੇ ਜੇ, ਉਹਨਾਂ ਦੀ ਜ਼ਿੰਦਗੀ ਦਾ ਮਾਰਗ ਦਰਸ਼ਨ ਕਰ ਰਹੇ ਜੇ, ਸਾਡੇ ਸਪੁੱਤਰ ਨੂੰ ਵੀ ਵਿਦਿਆ ਤੁਸੀਂ ਪੜ੍ਹਾਓ। ਹੁਣ ਮਹਿਤਾ ਕਲਿਆਣ ਦਾਸ ਦੇ ਪੁੱਤਰ ਨੂੰ ਵਿਦਿਆ ਪੜ੍ਹਾਉਣੀ ਉਸ ਸਮੇਂ ਦੇ ਇਸ ਉਸਤਾਦ ਦੇ ਲਈ ਬੜਾ ਮਾਣ ਕਰਨ ਵਾਲੀ ਗੱਲ ਸੀ। ਭਾਵੇਂ ਧੰਨ ਗੁਰੂ ਨਾਨਕ ਜੀ ਨਾਮ
ਅੱਗੇ ਭਵਿੱਖ ਵਿੱਚ ਜਾ ਕੇ ਉੱਗਾ ਜਾਂ ਚਮਕ ਕੇ ਸਾਹਮਣੇ ਆਉਂਦਾ ਹੈ। ਪਰ ਇੱਥੇ ਇੰਨੀ ਗੱਲ ਵਸ ਸੀ ਕਿ ਬੱਚਾ ਪਿੰਡ ਦੇ ਦੂਜੇ ਬੱਚਿਆਂ ਨਾਲੋਂ ਹਰ ਪੱਖ ਤੋਂ ਕਿਤੇ ਨਾ ਕਿਤੇ ਉੱਚਾ, ਉੱਤਮ ਅਤੇ ਨੇਕ ਕਰਮੀ ਦਿਖਾਈ ਦਿੰਦਾ। ਉਹਨਾਂ ਨੇ ਜ਼ਿੰਮੇਵਾਰੀ ਕਬੂਲੀ। ਉਸ ਸਮੇਂ ਦੇ ਅੱਖਰ ਉਠਾਉਣ ਦੇ ਲਈ ਉਹਨਾਂ ਨੂੰ ਤਖਤੀ 'ਤੇ ਲਿਖ ਕੇ ਦਿੱਤੇ। ਜ਼ਮੀਨ 'ਤੇ ਅਭਿਆਸ ਕਰਾਇਆ ਗਿਆ ਹੋਏਗਾ। ਘਰ ਜਾ ਕੇ ਉਹਨਾਂ ਦਾ ਅਭਿਆਸ ਕਰਨੀ ਕਿਰਿਆ ਤੋਂ ਗੱਲ ਸ਼ੁਰੂ ਕੀਤੀ ਗਈ ਹੋਏਗੀ। ਪਰ ਇਤਿਹਾਸ ਇਹ ਗੱਲ ਦੀ ਜਿਹੜੀ ਸਾਖੀ ਭਰਦਾ ਹੈ ਉਹ ਹੈ ਕਿ ਧੰਨ ਗੁਰੂ ਨਾਨਕ ਜੀ ਦਾ ਵਿਦਿਅਕ ਪੱਖੋਂ, ਵਿਦਿਆ ਦੀ ਪ੍ਰਾਪਤੀ ਦੀ ਜਿਹੜੀ ਉਹਨਾਂ ਦੀ ਸਮਰੱਥਾ ਸੀ ਉਹ ਬਾਕੀ ਆਮ ਵਿਦਿਆਰਥੀਆਂ ਨਾਲੋਂ ਕਈ ਗੁਣਾ ਵੱਧ ਸੀ। ਜਿਸ ਕਰਕੇ ਉਸਤਾਦ ਦੀ ਕਹੀ ਹੋਈ ਗੱਲ ਉਹ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਨਾ ਕੇਵਲ ਸਮਝਦੇ ਸਨ ਬਲਕਿ ਉਹਨੂੰ ਅਮਲ ਵਿੱਚ ਲੈ ਕੇ ਆਉਣ ਦੇ ਲਈ ਅਗਲੇ ਯਤਨਾਂ ਨੂੰ ਵੱਧ ਜਾਂਦੇ ਸਨ। ਕਿਉਂਕਿ ਸਿੱਖਿਆ ਦਾ ਵਿਸ਼ਾ ਹੈ। ਇਸ ਵਿਸ਼ੇ ਦੀ ਚਰਚਾ ਨੂੰ ਸਾਨੂੰ ਥੋੜ੍ਹਾ ਜਿਹਾ ਖੁੱਲ੍ਹ ਕੇ ਕਰਨ ਦੀ ਲੋੜ ਪਵੇਗੀ। ਇਸ ਲਈ ਇਸੇ ਸਾਖੀ ਨੂੰ ਅੱਗੇ ਲੈ ਕੇ ਜਾਣ ਲਈ ਦੂਜੇ ਭਾਗ ਦੇ ਵਿੱਚ ਅਸੀਂ ਵਿਦਿਆ ਦੇ ਪੱਖ ਨੂੰ ਥੋੜ੍ਹਾ ਜਿਹਾ ਹੋਰ ਸਮਝ ਕੇ ਅੱਜ ਆਪਣੇ ਅੰਦਰ ਵਿਦਿਆ ਦੀ ਅਹਿਮੀਅਤ ਨੂੰ ਜਾਣਦੇ ਹਾਂ। ਆਪਣੇ ਘਰਾਂ ਦੇ ਚਿਰਾਗਾਂ ਨੂੰ, ਨੌ ਨਿਹਾਲਾਂ ਨੂੰ ਅਸੀਂ ਉਸ ਵਿਦਿਆ ਦੇ ਉੱਚ ਪਾਏ ਨਾਲ ਜੋੜ ਸਕੀਏ। ਜਿੱਥੇ ਕਿਤੇ ਵੀ ਕਮੀਆਂ ਸਾਨੂੰ ਦਿਖਾਈ ਦੇਣ ਉਹਨਾਂ ਦਾ ਸਮਾਧਾਨ ਤਲਾਸ਼ ਕਰੀਏ। ਅਸੀਂ ਗੋਪਾਲ ਦਾਸ ਪਾਂਧੇ ਵਰਗੇ ਅੱਜ ਸਿਰੜੀ ਵਿਦਵਾਨ ਅਧਿਆਪਕ ਸਿਰਜ ਕੇ ਕੌਮ ਦੀ ਝੋਲੀ 'ਚ ਪਾ ਸਕੀਏ। ਸੋ ਇੰਨੀਆਂ ਜੋਦੜੀਆਂ, ਇੰਨੀਆਂ ਬੇਨਤੀਆਂ ਕਬੂਲ ਕਰਨੀਆਂ, ਭੁੱਲਾਂ ਦੀ ਮਾਫੀ ਦੇ ਦੇਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।